ए खुदा अपने बेटे दे राही तू अब ईमानदारां विच अपने जलाल दी अग नूं जगाया है। इस नवी अग नूं पाक कर अते बख्श दे कि पासकां दे इन्हां जश्नां दे राही असीं ईश्वर की इच्छावां नाल रोशन कीते जाइए अते शुद्ध कीते मन नाल सदीवी तेज दियां जश्नां विच भी हिस्सा लै सकीए। अल्फा अते ओमेगा सारे समय उसदे हन, सारे युग भी उसनूं कुदरत अते जलाल दिता जावे हर युग विच अते हमेशा लई। प्रभु यीशु अपने पाक अते जलाली जख्मा राही सानू संभाले तू मेरी ज्योति, तू मेरा घर, तू ही मेरी राह प्रभु, तो हम सफर। तू जो मेरे साथ तो काहे को डरूं, तू जो मेरे साथ तो काहे घबराऊं, तू जो मेरे साथ तो काहे को डरूं। हम सफर, तू मेरी ज्योति, तू मेरा
Peace be with you. Go to the whole world and preach the good news that I am alive. Your mission begins in this world and fulfill in the next. I am with you until the end of the world. बाप बेटा ਅਤੇ ਰੂਹ ਪਾਕ ਦੇ ਨਾਮ ਤੇ ਆਮੀਨ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਬਹੁਤ ਪਿਆਰੇ ਭਰਾਓ ਭੈਣੋ ਅਤੇ ਬੱਚਿਓ, ਅਸੀਂ ਸਾਰੇ ਪ੍ਰਭੂ ਯਿਸੂ ਮਸੀਹ ਦੇ ਜੀ ਉਠਣ ਦਾ ਤਿਉਹਾਰ ਮਨਾ ਰਹੇ ਹਾਂ, ਯਾਨੀ ਕਿ ਈਸਟਰ ਦਾ ਤਿਉਹਾਰ। ਮੈਂ ਇਸ ਮਹਾਨ ਤਿਉਹਾਰ ਦੇ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ। और सब तो पहला ਅਸੀਂ प्रभु की पवित्र बाणी ने सुनांगे जो संत यूहन्ना दी इंजील ਉਹਦਾ 20 अध्याय 1 ऐत तो लैके 9 ऐत तक मैं ਤੁਹਾਡੇ सामने ਹੁਣ ਪੜਾਂਗਾ। ਐਤਵਾਰ ਦੇ ਦਿਨ ਅੰਮ੍ਰਿਤ ਵੇਲੇ ਜਦੋਂ ਅਜੇ ਹਨੇਰਾ ਹੀ ਸੀ, ਮਰੀਅਮ ਮਗਦਲੀਨੀ ਕਬਰ ਉੱਤੇ ਗਈ ਅਤੇ ਕੀ ਦੇਖਦੀ ਹੈ ਕਿ ਕਬਰ ਦੇ ਮੂੰਹ ਉੱਤੇ ਪੱਥਰ ਹਟਿਆ ਹੋਇਆ ਹੈ। ਇਸ ਲਈ ਉਹ ਦੌੜਦੀ ਹੋਈ ਸ਼ਮਨ, ਪਤਰਸ ਅਤੇ ਦੂਜੇ ਚੇਲੇ ਦੇ ਕੋਲ ਗਈ ਜਿਸ ਨੂੰ ਯਿਸੂ ਪਿਆਰ ਕਰਦਾ ਸੀ ਅਤੇ ਉਹਨਾਂ ਨੂੰ ਦੱਸਿਆ। ਉਹ ਪ੍ਰਭੂ ਨੂੰ ਕਬਰ ਵਿੱਚੋਂ ਲੈ ਗਏ ਹਨ, ਪਤਾ ਨਹੀਂ ਉਹਨਾਂ ਪ੍ਰਭੂ ਨੂੰ ਕਿੱਥੇ ਰੱਖਿਆ ਹੈ। ਤਦ ਪਤਰਸ ਅਤੇ ਦੂਜਾ ਚੇਲਾ ਬਾਹਰ ਆਇਆ ਅਤੇ ਕਬਰ ਦੇ ਵੱਲ ਗਏ। ਉਹ ਦੋਵੇਂ ਦੌੜਦੇ ਹੋਏ ਜਾ ਰਹੇ ਸਨ, ਪਰ ਦੂਜਾ ਚੇਲਾ ਪਤਰਸ ਤੋਂ ਅੱਗੇ ਲੰਘ ਗਿਆ ਅਤੇ ਕਬਰ ਉੱਤੇ ਪਹਿਲਾਂ ਪਹੁੰਚ ਗਿਆ। ਉਸਨੇ ਕਬਰ ਦੇ ਮੂੰਹ ਉੱਤੇ ਝੁਕ ਕੇ ਅੰਦਰ ਕਫਨ ਪਿਆ ਹੋਇਆ ਦੇਖਿਆ, ਪਰ ਅੰਦਰ ਨਾ ਗਿਆ। ਉਸਦੇ ਪਿੱਛੋਂ ਹੀ ਸ਼ਮਨ ਪਤਰਸ ਵੀ ਆ ਪਹੁੰਚਿਆ ਅਤੇ ਉਹ ਸਿੱਧਾ ਕਬਰ ਦੇ ਅੰਦਰ ਚਲਾ ਗਿਆ। ਉਸਨੇ ਕਫਨ ਨੂੰ ਉੱਥੇ ਪਿਆ ਦੇਖਿਆ ਅਤੇ ਉਸ ਪਰਨੇ ਨੂੰ ਵੀ ਜਿਹੜਾ ਯਿਸੂ ਦੇ ਸਿਰ ਉੱਤੇ ਬੰਨਿਆ ਹੋਇਆ ਸੀ, ਪਰ ਉਹ ਕਫਨ ਦੇ ਨਾਲ ਨਹੀਂ ਸੀ। ਉਹ ਉਸੇ ਤਰ੍ਹਾਂ ਲਪੇਟਿਆ ਹੋਇਆ ਵੱਖਰਾ ਸਰਾਣੇ ਵੱਲ ਪਿਆ ਹੋਇਆ ਸੀ। ਫਿਰ ਉਸੇ ਵੇਲੇ ਦੂਜਾ ਚੇਲਾ ਵੀ ਜਿਹੜਾ ਕਬਰ ਉੱਤੇ ਪਹਿਲਾਂ ਆਇਆ ਸੀ ਅੰਦਰ ਗਿਆ, ਦੇਖਿਆ ਅਤੇ ਵਿਸ਼ਵਾਸ ਕੀਤਾ, ਕਿਉਂਕਿ ਉਹ ਉਸ ਸਮੇਂ ਤੱਕ ਵੀ ਧਰਮ ਗ੍ਰੰਥ ਦੀ ਇਹ ਗੱਲ ਨਹੀਂ ਸਮਝਦੇ ਸਨ ਕਿ ਯਿਸੂ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਹੈ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਬਹੁਤ ਪਿਆਰੇ ਭਰਾਓ ਭੈਣੋ ਤੇ ਬੱਚਿਓ, ਈਸਟਰ ਦਾ ਤਿਉਹਾਰ ਇੱਕ ਉਮੀਦ ਦਾ ਤਿਉਹਾਰ ਹੈ ਜੋ ਪ੍ਰਭੂ ਯਿਸੂ ਮਸੀਹ ਸਾਨੂੰ ਇੱਕ ਉਮੀਦ, ਇੱਕ ਆਸ ਦਿੰਦੇ ਹਨ ਕਿ ਮੈਂ ਪਿਤਾ ਦੇ ਕੋਲ ਜਾ ਰਿਹਾ ਹਾਂ, ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋਗੇ, ਤੁਹਾਡਾ ਦਿਲ ਨਾ ਘਬਰਾਵੇ। ਔਰ ਅੱਜ ਅਸੀਂ ਸਾਰੇ ਵਿਸ਼ਵਾਸੀ ਲੋਕ ਇਸ ਗੱਲ ਉੱਤੇ ਵਿਸ਼ਵਾਸ ਕਰਦੇ ਹਾਂ ਕਿ ਖੁਦਾ ਨੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਹੈ ਅਤੇ ਪ੍ਰਭੂ ਯਿਸੂ ਮਸੀਹ ਨੇ ਮੌਤ ਉੱਤੇ ਫਤਿਹ ਪਾਈ ਹੈ। ਉਹਨਾਂ ਚੇਲਿਆਂ ਨੇ ਦੇਖਿਆ ਅਤੇ ਵਿਸ਼ਵਾਸ ਕੀਤਾ। ਉਹ ਵਿਸ਼ਵਾਸ ਜੋ ਚੇਲਿਆਂ ਦੇ ਦੁਆਰਾ ਸਾਨੂੰ ਮਿਲਿਆ ਹੈ ਕਿ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚ ਜਿੰਦਾ ਹੋ ਗਏ ਹਨ ਅਤੇ ਉਹ ਖੁਦਾ ਬਾਪ ਦੇ ਸੱਜੇ ਹੱਥ ਵਿਰਾਜਮਾਨ ਹਨ। ਅਸੀਂ ਜਦੋਂ ਈਮਾਨ ਦੀਆਂ 4 ਖਾਸ ਸੱਚਾਈਆਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੈ ਕਿ ਯਿਸੂ ਮਸੀਹ ਜਿੰਦਾ ਹੋ ਗਈ ਤੀਸਰੇ ਦਿਨ ਮੁਰਦਿਆਂ ਵਿੱਚੋਂ, ਖੁਦਾ ਬਾਪ ਦੇ ਸੱਜੇ ਹੱਥ ਵਿਰਾਜਮਾਨ ਹਨ ਅਤੇ ਉਹ ਫਿਰ ਦੁਬਾਰਾ ਇਸ ਸੰਸਾਰ ਦੇ ਵਿੱਚ ਆਉਣ ਵਾਲੇ ਹਨ। ਸੰਤ ਪਤਰਸ ਦਾ ਪਹਿਲਾ ਪੱਤਰ ਜਦੋਂ ਅਸੀਂ ਪੜ੍ਹੀਏ, ਉਹਦਾ 1 ਅਧਿਆਇ ਉਹਦੀ 3 ਐਤ ਵਿੱਚ ਵਚਨ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਸਾਡੀ ਜਿਉਂਦੀ ਉਮੀਦ ਹੈ।
ਸੰਤ ਪਤਰਸ ਲਿਖਦੇ ਹਨ ਕਿ ਸਾਡੇ ਪਰਮੇਸ਼ਵਰ ਤੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਦੀ ਮਹਿਮਾ ਹੋਵੇ। ਉਸ ਨੇ ਆਪਣੇ ਮਹਾਨ ਦਿਆ ਦੇ ਦੁਆਰਾ ਸਾਨੂੰ ਨਵੇਂ ਜੀਵਨ ਦੀ ਦਾਤ ਦਿੱਤੀ ਅਤੇ ਯਿਸੂ ਮਸੀਹ ਨੂੰ ਮੁਰਦਿਆਂ ਵਿੱਚ ਜਿੰਦਾ ਕਰਕੇ ਸਾਨੂੰ ਜਿਉਣ ਦੀ ਉਮੀਦ ਦਿਵਾਈ ਹੈ। ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚ ਜਿੰਦਾ ਹੋ ਗਈ। ਯਿਸੂ ਮਸੀਹ ਸਾਡਾ ਵਿਸ਼ਵਾਸੀ ਪਿਤਾ ਹੈ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਔਰਤਾਂ ਨੂੰ ਵੀ ਪਿਆਰ ਕੀਤਾ, ਉਹਨਾਂ ਔਰਤਾਂ ਨੂੰ ਵੀ ਖੁਦਾ ਦੇ ਬਾਰੇ ਦੱਸਿਆ ਜੋ ਪ੍ਰਭੂ ਦੇ ਨਾਲ ਹਮੇਸ਼ਾ ਦੇ ਲਈ ਜਾਂਦੀਆਂ ਸਨ। ਮਰੀਅਮ ਮਗਦਲੀਨੀ ਜੋ ਕਬਰ ਉੱਤੇ ਗਈ, ਕੁਝ ਹੋਰ ਔਰਤਾਂ ਵੀ ਕਬਰ ਉੱਤੇ ਗਈਆਂ। ਪ੍ਰਭੂ ਯਿਸੂ ਦੇ ਚੇਲੇ ਗਏ ਜੋ ਪ੍ਰਭੂ ਨੂੰ ਬੇਹੱਦ ਪਿਆਰ ਕਰਦੇ, ਸੰਤ ਪਤਰਸ, ਯਹੋਨਾ ਅਤੇ ਬਾਕੀ ਚੇਲੇ ਰੋ ਰਹੇ ਸਨ, ਦੁਖੀ ਸਨ। ਪ੍ਰਭੂ ਯਿਸੂ ਮਸੀਹ ਜਦੋਂ ਮੁਰਦਿਆਂ ਵਿੱਚ ਜਿੰਦਾ ਹੋ ਗਈ ਤਾਂ ਉਹਨਾਂ ਨੂੰ ਸੱਚਮੁੱਚ ਪ੍ਰਭੂ ਦੇ ਨਾਲ ਬਹੁਤ ਪਿਆਰ ਹੋ ਗਿਆ ਔਰ ਪ੍ਰਭੂ ਨੇ ਉਹਨਾਂ ਨੂੰ ਕਿਹਾ ਤੁਹਾਨੂੰ ਸ਼ਾਂਤੀ ਮਿਲੇ। ਸੰਤ ਪੌਲੁਸ ਰਸੂਲ ਲਿਖਦੇ ਹਨ, ਪਹਿਲਾ ਕੁਰਿੰਥੀਆਂ 15 ਅਧਿਆਏ ਉਹਦੀ 3 ਐ ਤੋਂ ਲੈ ਕੇ 8 ਐ ਤੱਕ ਜਦੋਂ ਅਸੀਂ ਵਚਨ ਪੜ੍ਹੀਏ ਤੇ ਉਹਦੇ ਵਿੱਚ ਲਿਖਿਆ ਹੈ ਕਿ ਪੁਨਰੁੱਥਾਨ ਦੇ ਬਾਰੇ ਕਿ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜਿੰਦਾ ਹੋ ਗਏ ਹਨ। ਜਦੋਂ ਅਸੀਂ ਪੜ੍ਹੀਏ 3 ਤੋਂ 8, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਉੱਤਮ ਚੀਜ਼ ਮਿਲੀ ਸੀ ਦਿੱਤੀ ਹੈ ਕਿ ਮਸੀਹ ਸਾਡੇ ਪਾਪਾਂ ਦੇ ਲਈ ਧਰਮ ਗ੍ਰੰਥ ਵਿੱਚ ਲਿਖੇ ਅਨੁਸਾਰ ਮਾਰੇ ਗਏ, ਦਫਨਾਏ ਗਏ ਤੇ ਫਿਰ ਧਰਮ ਗ੍ਰੰਥ ਵਿੱਚ ਲਿਖੇ ਅਨੁਸਾਰ ਹੀ ਤੀਜੇ ਦਿਨ ਜਿੰਦਾ ਵੀ ਕੀਤੇ ਗਏ। ਜੀ ਉੱਠਣ ਦੇ ਪਿੱਛੋਂ ਯਿਸੂ ਨੇ ਪਤਰਸ ਨੂੰ ਦਰਸ਼ਨ ਦਿੱਤੇ ਅਤੇ ਫਿਰ 12 ਪ੍ਰਮੁੱਖ ਚੇਲਿਆਂ ਨੂੰ। ਫਿਰ ਉਹਨਾਂ ਇੱਕ ਹੀ ਸਮੇਂ 500 ਤੋਂ ਵੱਧ ਆਪਣੇ ਸ਼ਰਧਾਲੂਆਂ ਨੂੰ ਦਰਸ਼ਨ ਦਿੱਤੇ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅੱਜ ਤੱਕ ਜਿਉਂਦੇ ਹਨ ਅਤੇ ਕੁਝ ਮਰ ਚੁੱਕੇ ਹਨ। ਇਸ ਦੇ ਪਿੱਛੋਂ ਉਹਨਾਂ ਯਾਕੂਬ ਨੂੰ ਦਰਸ਼ਨ ਦਿੱਤੇ ਅਤੇ ਫਿਰ ਸਭ ਰਸੂਲਾਂ ਨੂੰ। ਸਭ ਤੋਂ ਅੰਤ ਵਿੱਚ ਯਿਸੂ ਨੇ ਮੈਨੂੰ ਦਰਸ਼ਨ ਦਿੱਤੇ ਹਨ, ਜਿਸ ਦਾ ਜਨਮ ਅਸਧਾਰਨ ਤੌਰ 'ਤੇ ਹੋਇਆ ਸੀ। ਪਿਆਰੇ ਪ੍ਰੋਤ ਭੈਣੋ, ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜਿੰਦੇ ਹੈ ਤੇ ਸੰਤ ਪੌਲੁਸ ਰਸੂਲ ਆਖਦੇ ਹਨ ਕਿ ਜੇਕਰ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜਿੰਦਾ ਨਾ ਕੀਤੇ ਜਾਂਦੇ ਤਾਂ ਸਾਡਾ ਵਿਸ਼ਵਾਸ ਕਰਨਾ ਵਿਅਰਥ ਸੀ। ਪ੍ਰਭੂ ਯਿਸੂ ਮਸੀਹ ਸਾਡੀ ਉਮੀਦ ਹੈ, ਪ੍ਰਭੂ ਯਿਸੂ ਮਸੀਹ ਸਾਡੀ ਆਸ ਹੈ। ਔਰ ਰੋਮੀਆਂ ਦੇ ਪੱਤਰ ਵਿੱਚ ਲਿਖਿਆ ਹੈ, ਸੰਤ ਪੌਲੁਸ ਰਸੂਲ ਆਖਦੇ ਹਨ ਉਹਦੇ 6 ਅਧਿਆਏ 9 ਐਤ ਵਿੱਚ, ਅਸੀਂ ਇਹ ਵੀ ਜਾਣਦੇ ਹਾਂ ਕਿ ਮਸੀਹ ਮੁਰਦਿਆਂ ਵਿੱਚ ਜਿੰਦਾ ਕੀਤੇ ਗਏ ਹਨ ਅਤੇ ਉਹ ਹੁਣ ਫਿਰ ਕਦੀ ਮਰਨਗੇ ਨਹੀਂ, ਸੋ ਮੌਤ ਦਾ ਮਸੀਹ ਤੇ ਹੁਣ ਕੋਈ ਅਧਿਕਾਰ ਨਹੀਂ ਰਿਹਾ। ਪ੍ਰਭੂ ਯਿਸੂ ਮਸੀਹ ਹਮੇਸ਼ਾ ਦੇ ਲਈ ਜਿੰਦਾ ਹੈ ਔਰ ਪ੍ਰਭੂ ਯਿਸੂ ਮਸੀਹ ਪੁਨਰੁੱਥਾਨ ਹੈ। ਜਦੋਂ ਲਾਜ਼ਰ ਦੀ ਮੌਤ ਹੋਈ ਤਾਂ ਪ੍ਰਭੂ ਯਿਸੂ ਮਸੀਹ ਬੈਤਨੀਆ ਪਿੰਡ ਵਿੱਚ ਪਹੁੰਚੇ। ਪ੍ਰਭੂ ਨੇ ਮਾਰਥਾ ਤੇ ਮਰੀਮ ਨੂੰ ਕਿਹਾ ਤੁਹਾਡਾ ਭਰਾ ਜੀ ਉੱਠੇਗਾ। ਹਾਂ, ਮਾਰਥਾ ਕਹਿੰਦੀ ਕਿ ਮੈਂ ਜਾਣਦੀ ਹਾਂ ਮੇਰਾ ਭਰਾ ਜੀ ਉੱਠਿਆ ਅੰਤਮ ਦਿਨ। ਔਰ ਪ੍ਰਭੂ ਜੀ ਉੱਥੇ ਆਖਦੇ ਹਨ ਕਿ ਮੈਂ ਹੀ ਪੁਨਰੁੱਥਾਨ ਅਤੇ ਜੀਵਨ ਹਾਂ, ਜੋ ਕੋਈ ਮੇਰੇ ਉੱਤੇ ਵਿਸ਼ਵਾਸ ਰੱਖਦਾ ਹੈ ਬੇਸ਼ੱਕ ਉਹ ਮਰ ਵੀ ਜਾਵੇ ਉਹ ਫਿਰ ਵੀ ਜੀਵੇਗਾ। ਸੰਤ ਯਹੋਨਾ ਅੰਜੀਲ ਉਹਦਾ 11 ਅਧਿਆਏ ਉਹ 'ਚ 25 ਐਤ ਵਿੱਚ ਵਚਨ ਲਿਖਿਆ ਹੈ। ਪ੍ਰਭੂ ਯਿਸੂ ਮਸੀਹ ਜੋ ਪੁਨਰੁੱਥਾਨ ਹੈ ਔਰ ਪੁਨਰੁੱਥਾਨ ਦੇ ਬਾਰੇ ਜਾਂ ਪ੍ਰਭੂ ਸਾਨੂੰ ਹਮੇਸ਼ਾ ਦੇ ਜੀਵਨ ਦੇ ਬਾਰੇ ਇੱਕ ਆਸ ਦਿੰਦੇ ਹਨ, ਸਾਨੂੰ ਇੱਕ ਉਮੀਦ ਦਿੰਦੇ ਹਨ। ਔਰ ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦਾ ਇਹ ਮਹਾਨ ਤਿਉਹਾਰ ਮਨਾ ਰਹੇ ਹਾਂ ਭੈਣਾਂ ਤੇ ਭਰਾਓ, ਜਿਹਦੇ ਦੁਆਰਾ ਪ੍ਰਭੂ ਨੇ ਸਾਨੂੰ ਆਪਣੇ ਵੱਲ ਬੁਲਾਇਆ ਹੈ। ਆਪਣੇ ਵੱਲ ਆਉਣ ਦੇ ਲਈ ਖੁਦਾ ਸਾਨੂੰ ਹਮੇਸ਼ਾ ਬੁਲਾਉਂਦਾ ਹੈ। ਬਹੁਤ ਵਾਰੀ ਯਿਸੂ ਨੇ ਚੇਲਿਆਂ ਦੇ ਸਾਹਮਣੇ ਪ੍ਰਗਟ ਹੋਏ ਅਤੇ ਉਹਨਾਂ ਨੇ ਕਿਹਾ ਤੁਹਾਨੂੰ ਸ਼ਾਂਤੀ ਮਿਲੇ। ਆਓ ਖੁਦਾ ਦੇ ਦੁਆ ਕਰੀਏ, ਪ੍ਰਾਰਥਨਾ ਕਰੀਏ ਕਿ ਖੁਦਾ ਜੋ ਸਾਡੇ ਵਿੱਚ ਹੈ, ਅੱਜ ਵੀ ਅਸੀਂ ਪ੍ਰਭੂ ਨੂੰ ਪਛਾਣਦੇ ਹਾਂ। ਜਿਸ ਤਰ੍ਹਾਂ ਮਾਊਸ ਨਾਂ ਦੇ ਪਿੰਡ ਵਿੱਚ ਜਦੋਂ ਚੇਲੇ ਜਾ ਰਹੇ ਸਨ ਤਾਂ ਪ੍ਰਭੂ ਨੇ ਉਹਨਾਂ ਨੂੰ ਦੱਸਿਆ ਤੁਸੀਂ ਕਿਉਂ ਡਰੇ ਹੋ, ਕਿਉਂ ਘਬਰਾਏ ਹੋ। ਤਾਂ ਹੋਰ ਕਿਹਾ ਕਿ ਤੁਸੀਂ ਇਕੱਲੇ ਅਜਨਬੀ ਹੋ, ਤੁਹਾਨੂੰ ਕੋਈ ਨਹੀਂ ਪਤਾ ਕਿ ਇਹਨਾਂ ਦਿਨਾਂ ਦੇ ਵਿੱਚ ਸਾਡੇ ਨਾਲ ਕੀ ਹੋਇਆ ਹੈ। ਸਾਡੇ ਪ੍ਰਭੂ ਨੂੰ ਯਹੂਦੀਆਂ ਨੇ ਮਾਰ ਦਿੱਤਾ ਹੈ। ਤੇ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਨਾਲ ਜਦੋਂ ਗੱਲਾਂ ਕਰਦੇ ਤੇ ਕਹਿੰਦੇ ਕਿ ਉਹ ਦੋ ਚੇਲੇ ਕਹਿੰਦੇ ਹਨ ਕਿ ਸ਼ਾਮ ਪੈ ਗਈ ਹੈ, ਆਓ ਸਾਡੇ ਨਾਲ ਅੱਜ ਠਹਿਰ ਜਾਓ। ਜਦੋਂ ਪ੍ਰਭੂ ਯਿਸੂ ਮਸੀਹ ਉਹਨਾਂ ਧਰਮ ਗ੍ਰੰਥਾਂ ਦੇ ਬਾਰੇ ਗੱਲਾਂ ਕਰਦੇ ਹਨ, ਉਹਨਾਂ ਨੇ ਪਛਾਣਿਆ ਨਹੀਂ ਯਿਸੂ ਨੂੰ, ਪਰ ਉਹਨਾਂ ਨੇ ਉਸ ਸਮੇਂ ਪਛਾਣਿਆ ਯਿਸੂ ਨੂੰ ਰੋਟੀ ਤੋੜਨ ਦੇ ਵੇਲੇ। ਪ੍ਰਭੂ ਯਿਸੂ ਨੇ ਉਹਨਾਂ ਕਿਹਾ ਰੋਟੀ ਲਾਓ ਖਾਓ, ਅਤੇ ਉਹਨਾਂ ਨੇ ਜਦੋਂ ਰੋਟੀ ਲਈ ਤਾਂ ਉਹਨੇ ਸੱਚਮੁੱਚ ਯਾਦ ਕੀਤਾ ਤੇ ਇਹ ਤਾਂ ਪ੍ਰਭੂ ਯਿਸੂ ਮਸੀਹ ਸੀ।
ਅੱਜ ਵੀ ਪ੍ਰਭੂ ਯਿਸੂ ਮਸੀਹ ਰੋਟੀ ਅਤੇ ਦਾਖਰਸ ਦੇ ਰੂਪ ਦੇ ਵਿੱਚ ਸਾਡੇ ਦਿਲਾਂ ਵਿੱਚ ਆਉਂਦੇ ਹਨ। ਜਿਸ ਤਰ੍ਹਾਂ ਪ੍ਰਭੂ ਨੇ ਕਿਹਾ, ਮੈਂ ਜੀਵਨ ਦੀ ਰੋਟੀ ਹਾਂ, ਮੈਂ ਜੀਵਨ ਦੀ ਰੋਟੀ ਹਾਂ, ਔਰ ਪ੍ਰਭੂ ਨੇ ਸਾਨੂੰ ਆਪਣਾ ਜੀਵਨ ਦੇ ਦਿੱਤਾ ਹੈ। ਇਸ ਲਈ ਭੈਣੇ ਤੇ ਭਰਾਓ, ਜੋ ਈਸਟਰ ਦਾ ਤਿਉਹਾਰ ਹੈ, ਸਾਡੀ ਉਮੀਦ ਦਾ ਤਿਉਹਾਰ ਹੈ, ਸਾਡੀ ਆਸ ਦਾ ਤਿਉਹਾਰ ਹੈ, ਸਾਡੇ ਵਿਸ਼ਵਾਸ ਦਾ ਤਿਉਹਾਰ ਹੈ। ਜਿਸ ਤਰ੍ਹਾਂ ਚੇਲਿਆਂ ਨੇ ਵੇਖਿਆ ਅਤੇ ਵਿਸ਼ਵਾਸ ਕੀਤਾ ਅਤੇ ਜਾ ਕੇ ਪ੍ਰਭੂ ਯਿਸੂ ਦੇ ਬਾਰੇ ਦੱਸਿਆ ਕਿ ਯਿਸੂ ਮੁਰਦਿਆਂ ਵਿੱਚ ਜਿੰਦਾ ਹੋ ਗਏ ਹਨ। ਇਸ ਲਈ ਆਓ, ਖੁਦਾ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇ। ਜਿੰਨੇ ਵੀ ਲੋਕ ਤੁਸੀਂ ਪ੍ਰਭੂ ਦੇ ਵਚਨਾਂ ਨੂੰ ਸੁਣਦੇ ਹੋ, ਉਹਦੇ ਅਨੁਸਾਰ ਜੀਵਨ ਨੂੰ ਗੁਜ਼ਾਰੇ ਹੋ, ਤੁਸੀਂ ਆਪ ਸਿੱਖੋ ਦੇ ਬਾਰੇ ਵਿਸ਼ਵਾਸ ਕਰੋ ਅਤੇ ਦੂਸਰਿਆਂ ਨੂੰ ਵੀ ਪ੍ਰਭੂ ਤੇ ਵਿਸ਼ਵਾਸ ਕਰਨ ਦੇ ਲਈ ਹਮੇਸ਼ਾ ਆਖੋ ਅਤੇ ਉਹਨਾਂ ਨੂੰ ਪ੍ਰਭੂ ਦੇ ਬਾਰੇ ਦੱਸੋ। ਖੁਦਾ ਮਹਾਨ ਹੈ, ਖੁਦਾ ਮਿਹਰਬਾਨ ਹੈ ਅਤੇ ਹਮੇਸ਼ਾ ਖੁਦਾ ਹਰ ਇੱਕ ਨੂੰ ਆਸ਼ੀਸ਼ ਤੇ ਬਰਕਤ ਦਿੰਦਾ ਹੈ। ਅੱਜ ਇਸ ਮਹਾਨ ਤਿਉਹਾਰ ਦੀ ਖੁਸ਼ੀ ਦੇ ਮੌਕੇ 'ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਪ੍ਰਾਰਥਨਾ ਕਰਦਾ ਹਾਂ ਕਿ ਖੁਦਾ ਤੁਹਾਡੇ ਵਿਸ਼ਵਾਸ ਨੂੰ ਵਧਾਵੇ। ਖੁਦਾ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ। ਬਾਪ ਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਤੇ ਆਮੀਨ। जी उठा जी उठा जी उठा, हालेलुया मसीह जी उठा। जी उठा जी उठा जी उठा, हालेलुया मसीह जी उठा। मौत पर इख्तियार है उसका, अपनी कुदरत से वो जी उठा। जी उठा जी उठा जी उठा, हालेलुया मसीह जी उठा। मौत से तुम कभी अब न डरना, हाथ यीशु का तुम थाम लेना। मौत से तुम कभी अब न डरना, हाथ यीशु का तुम थाम लेना। हमको भी जी उठाएगा, हालेलुया मसीह जी उठा। हमको भी जी उठाएगा, हालेलुया मसीह जी उठा। जी उठा जी उठा जी उठा, हालेलुया मसीह जी उठा। मौत पर इख्तियार है उसका, अपनी कुदरत से वो जी उठा। जी उठा जी उठा जी उठा, हालेलुया मसीह जी उठा।